Alright, let's have the next checking. Many people today spend more money. ਅੱਜਕੱਲ ਕਾਫੀ ਲੋਕ ਜ਼ਿਆਦਾ ਪੈਸੇ ਸਪੈਂਡ ਕਰਦੇ ਪਏ ਆ। ਕਦ ਲਈ ਸਪੈਂਡ ਕਰਦੇ ਪਏ ਆ? Many people today spend more money buying lottery tickets. Alright, lottery tickets ਨੂੰ ਖਰੀਦਣ ਦੇ ਵਿੱਚ ਲੋਕ ਜ਼ਿਆਦਾ ਪੈਸੇ ਅੱਜਕੱਲ ਸਪੈਂਡ ਕਰਦੇ ਪਏ ਆ with the hope of winning millions of dollar. ਉਮੀਦ ਕਰਦੇ ਆ ਕਿ ਅਸੀਂ ਕਾਫੀ ਪੈਸੇ ਜਿੱਤ ਜਾਵਾਂਗੇ। Do the advantage of winning such large money outweigh the disadvantage? ਕੀ ਕਹਿੰਦੇ ਜਿਹੜੇ ਫਾਇਦੇ ਆ ਲੋਟਰੀ ਜਿੱਤਣ ਦੇ ਉਹ outweigh ਭਾਰੀ ਪੈਂਦੇ ਆ ਕਿਹਦੇ ਤੇ? ਡਰਾਬੈਕਸ ਦੇ ਉੱਤੇ। ਇਹ ਐਸੇ ਨਿਕਲਦਾ ਵਾ 5th ਕੈਟਾਗਰੀ ਦੇ ਵਿੱਚੋਂ ਜਿਹਨੂੰ ਆਪਾਂ ਕਹਿ ਦਿੰਦੇ ਆ outweigh advantages outweigh disadvantages। ਇਹਨੂੰ ਲਿਖਣ ਦਾ ਸਭ ਤੋਂ ਖਰਾਬ ਤਰੀਕਾ ਕੀ ਆ? ਇਹਦੇ ਦੋ ਬੋਡੀ ਪੈਰਾਗ੍ਰਾਫ ਬਣਾ ਦਿਓ। ਕਿਵੇਂ ਕਿ BP1 ਦੇ ਵਿੱਚ ਲਿਖ ਦਿਓ ਇਹਦੇ BP1 ਦੇ ਵਿੱਚ ਲਿਖ ਦਿਓ ਇਹਦੇ ਦੋ ਬੈਨੀਫਿਟਸ ਐਂਡ BP2 ਦੇ ਵਿੱਚ ਲਿਖ ਦਿਓ ਤੁਸੀਂ ਇਹਦੇ। ਕਈ ਲੋਕ ਤਾਂ ਸਿੱਧੇ ਦੋ ਨੈਗੇਟਿਵ ਹੀ ਲਿਖ ਦਿੰਦੇ ਆ। ਸਭ ਤੋਂ ਖਰਾਬ ਐਸੇ ਇਹ ਹੋਣਗੇ ਜਾਂ ਕਿਸੇ ਨੇ ਲਿਖਤਾ ਕਿ ਇੱਕ ਇਹਦਾ ਡਿਸਐਡਵਾਂਟੇਜ। ਇਹ 'ਚ ਪ੍ਰੋਬਲਮ ਕੀ ਆ? ਇਹਦੀ ਪ੍ਰੈਜੈਂਟੇਸ਼ਨ ਸਹੀ ਨਹੀਂ ਨਿਕਲਦੀ। ਆਪਾਂ ਕੀ ਕਰਨਾ? ਆਪਾਂ ਜੇ ਤੁਸੀਂ ਕਹਿੰਦੇ ਪਿਆ ਇਹਦੇ ਪਲੱਸ ਜ਼ਿਆਦਾ ਨੇ BP1 ਫਸਟ ਪਲੱਸ ਪੁਆਇੰਟ BP2 ਸੈਕਿੰਡ ਪਲੱਸ ਪੁਆਇੰਟ ਫਿਰ ਅੱਗੇ BP3 ਨਿਕਲੇਗਾ ਉਹਦੇ ਵਿੱਚ ਇੱਕ ਆਪਾਂ ਮਾਈਨਸ ਦੱਸਾਂਗੇ। ਫਿਰ ਸਿੱਧਾ ਕੰਪੀਟੀਸ਼ਨ ਕਰਾਤਾ ਕਿ ਓਕੇ ਜੀ ਪਹਿਲਾ ਫਾਇਦਾ ਦੂਜਾ ਫਾਇਦਾ ਆ ਰਹਿ ਗਿਆ ਤੀਸਰਾ ਨੁਕਸਾਨ। ਠੀਕ ਹੈ ਜੀ, ਇਦਾਂ ਕੰਪੀਟੀਸ਼ਨ ਵੀ ਕਰਵਾਤਾ ਆਪਾਂ ਦੱਸ ਵੀ ਦਿੱਤਾ ਕਿ ਹਾਂ ਭਾਰੀ ਪੈ ਰਹੇ ਨੇ। ਮੇਨ ਦੋ ਬੈਨੀਫਿਟ ਚੱਕ ਲਓ ਐਂਡ ਇੱਕ ਮੇਨ ਡਿਸਐਡਵਾਂਟੇਜ ਚੱਕ ਲਓ। ਇੱਕ ਹੋਰ ਚੀਜ਼ ਇਹਦੇ ਵਿੱਚੋਂ ਕਾਮਨ ਸੈਂਸ ਆ, ਇੱਕ ਨੁਕਸਾਨ ਜਿਹੜਾ ਇੱਥੇ ਲਿਖ ਰਹੇ ਹੋ ਤੁਸੀਂ ਇੰਨਾ ਭਾਰੀ ਨੁਕਸਾਨ ਨਹੀਂ ਲਿਖ ਦੇਣਾ ਕਿ ਉਹਦੇ ਨਾਲ ਦੋਨੇ ਜਿਹੜੇ ਬੈਨੀਫਿਟ ਸੀ ਉਹ ਰਿਊਨ ਹੋ ਜਾਣ ਸਾਰੇ। ਠੀਕ ਹੈ, ਕਈ ਲੋਕ ਪੈਸੇ ਸਪੈਂਡ ਕਰਦੇ ਪਏ ਆ ਸੋ ਦੈਟ ਉਹ ਓਵਰਨਾਈਟ ਮਿਲੀਅਨੇਅਰ ਬਣ ਜਾਣ। ਇਹਦੇ ਫਾਇਦੇ ਜ਼ਿਆਦਾ ਨੇ ਜਾਂ ਇਹਦੇ ਨੁਕਸਾਨ ਜ਼ਿਆਦਾ ਨੇ? ਆਲਰਾਈਟ, ਥੀਸ ਡੇਜ਼ ਕਹਿੰਦੇ ਅੱਜ ਕੱਲ ਮੋਸਟ ਆਫ ਦਾ ਪੀਪਲ ਪ੍ਰੈਫਰ ਟੂ ਬਿਕਮ ਮਿਲੀਅਨੇਅਰ ਬਾਈ ਸਪੈਂਡਿੰਗ ਲਿਟਲ ਬਿਟ ਮਨੀ। ਲੋਕ ਸੋਚਦੇ ਆ ਵੀ ਥੋੜੇ ਜਿਹੇ ਪੈਸੇ ਖਰਚ ਕੇ ਅਸੀਂ ਮਿਲੀਅਨੇਅਰ ਬਣ ਜਾਈਏ। ਟੂ ਮੀ ਇਹਨਾਂ ਨੇ ਰੀਫਰੇਜ਼ਿੰਗ ਕੀਤੀ ਹੋਈ ਆ। ਠੀਕ ਹੈ ਜੀ, ਜਾਂ ਓਵਰਨਾਈਟ ਵੀ ਕਹਿ ਸਕਦੇ ਸੀ ਤੁਸੀਂ। ਉੱਥੇ ਓਵਰਨਾਈਟ ਦਾ ਮਤਲਬ ਕੀ ਹੁੰਦਾ? ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਰਾਤੋਂ ਰਾਤ। ਰਾਤੋਂ ਰਾਤ ਲੋਕ ਸਟਾਰ ਬਣਨ ਨੂੰ ਫਿਰਦੇ ਆ। ਟੂ ਮੀ ਮੇਰੇ ਲਈ ਕਹਿੰਦੇ ਇਟ ਹੈਜ਼ ਗੁੱਡ ਰਿਜ਼ਲਟ। ਮੇਰੇ ਲਈ ਇਹਦੇ ਗੁੱਡ ਰਿਜ਼ਲਟ ਨੇ ਐਂਡ ਇਨ ਦਾ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਐਕਸਪਲੇਨ ਇਟਸ ਮੈਰਿਟਸ ਆਊਟਵੇ ਦਾ ਡੀਮੈਰਿਟਸ। ਐਕਸਪਲੇਨ ਇੱਥੇ ਹਾਊ ਪੈਣਾ ਸੀ ਸਰ। ਹਾਊ ਕਿਵੇਂ? ਕਹਿੰਦੇ ਇਹਦੇ ਜਿਹੜੇ ਨੁਕਸਾਨ ਨੇ ਜਿਹੜੇ ਇਹਦੇ ਫਾਇਦੇ ਨੇ ਉਹ ਇਹਨਾਂ ਦੇ ਨੁਕਸਾਨਾਂ ਦੇ ਉੱਤੇ ਭਾਰੀ ਪੈਂਦੇ ਨੇ। ਰਾਈਟ, ਆਲਰਾਈਟ, ਆ ਥੋੜਾ ਜਿਹਾ ਇਹਨੂੰ ਹੋਰ ਵਧੀਆ ਕੀਤਾ ਜਾ। ਤੁਸੀਂ ਲਿਖਤਾ ਕਿ ਮੇਰੇ ਲਈ ਇਹਦੇ ਗੁੱਡ ਰਿਜ਼ਲਟ ਨੇ, ਤੁਸੀਂ ਕਹਿ ਸਕਦੇ ਸੀ ਮੇਰੇ ਲਈ ਇਹਦੇ ਜ਼ਿਆਦਾ ਬੈਨੀਫਿਟਸ ਨੇ। ਬੈਨੀਫਿਟਸ ਇੱਥੇ ਵਰਡ ਯੂਜ਼ ਹੋ ਸਕਦਾ ਸੀ, ਰਿਜ਼ਲਟ ਦੀ ਨਹੀਂ ਕੋਈ ਗੱਲ ਚੱਲਦੀ ਪਈ। ਓਕੇ, ਲੈਟਸ ਗੋ ਨੈਕਸਟ। ਟੂ ਕਮੈਂਸ ਵਿਦ ਸਟਾਰਟ ਕਰਦੇ ਹੋਏ ਫਸਟ ਬੈਨੀਫਿਟ ਇਟ ਮੇਕ ਸੈਂਸ ਦੈਟ। ਆ ਚੀਜ਼ ਨਾ ਲਿਖੋ ਇਟ ਮੇਕ ਸੈਂਸ ਦੈਟ ਕਿ ਇਹਦੀ ਸੈਂਸ ਬਣਦੀ। ਆਪਾਂ ਇਹ ਕਿੱਥੇ ਲਿਖ ਦਿੰਦੇ ਆ? ਦੇਖੋ ਤੁਹਾਡੇ ਕੋਲੇ ਬੋਥ ਵੀ ਐਸੇ ਆਏ ਆ। ਕਈ ਲੋਕ ਕਹਿੰਦੇ ਪਏ ਆ ਕਿ ਇਹ ਚੀਜ਼ ਸਹੀ ਆ, ਇਹ ਸਹੀ ਆ। ਕਈ ਲੋਕ ਕਹਿੰਦੇ ਪਏ ਆ ਬੀ ਸਹੀ ਆ। ਤੁਸੀਂ ਉੱਥੇ ਏ ਨੂੰ ਲਿਖਦੇ ਟਾਈਮ ਕਹਿੰਦੇ ਪਏ ਆ ਮੰਨ ਕੇ ਚਲੋ ਇਹ ਕਹਿੰਦੇ ਵੈਜ ਫੂਡ ਸਹੀ ਆ, ਇਹ ਕਹਿੰਦੇ ਨਾਨ ਵੈਜ ਫੂਡ ਸਹੀ ਆ। ਤੁਸੀਂ ਵੈਜ ਲਿਖਦੇ ਪਏ ਕਹਿੰਦੇ ਪਏ ਆ ਕਿ ਪਹਿਲੇ ਬੰਦਿਆਂ ਦੀ ਗੱਲ ਸਟਾਰਟ ਕਰ ਦੇਣਾ। ਟੂ ਕਮੈਂਸ ਵਿਦ ਦਾ ਫਰਸਟ ਵਿਊ ਇਟ ਮੇਕ ਸੈਂਸ ਦੈਟ ਕੀ ਲਿਖਿਆ ਆਪਾਂ ਕਿ ਪਹਿਲੇ ਵਿਊ ਨਾਲ ਸਟਾਰਟ ਕਰਦੇ ਹੋਏ ਇਹ ਚੀਜ਼ ਦੀ ਸੈਂਸ ਬਣਦੀ ਆ ਕਿ ਨਾਨ ਵੈਜ ਫੂਡ ਦੇ ਕਾਫੀ ਜ਼ਿਆਦਾ ਬੈਨੀਫਿਟਸ ਨੇ ਜਾਂ ਵੈਜੀਟੇਰੀਅਨ ਫੂਡ ਜੋ ਵੀ ਇੱਥੇ ਲਿਖੋਗੇ ਤੁਸੀਂ ਕਿ ਇਹਦੇ ਕਾਫੀ ਬੈਨੀਫਿਟਸ ਨੇ ਜਾਂ ਇਹਦੇ ਨਾਲ ਜੋ ਵੀ ਤੁਸੀਂ ਇੱਕ ਮੇਨ ਬੈਨੀਫਿਟ ਦਵੋਗੇ। ਮਤਲਬ ਤੁਸੀਂ ਕੀ ਕਹਿੰਦੇ ਪਏ? ਤੁਸੀਂ ਕੋ ਇਹਨਾਂ ਦੀ ਗੱਲ ਸੁਣੀਏ ਤਾਂ ਇਹ ਵੀ ਗੱਲ ਸਹੀ ਆ ਤਾਂ ਆਪਾਂ ਲਿਖ ਦਿੰਦੇ ਆ ਇਟ ਮੇਕ ਸੈਂਸ ਦੈਟ। ਠੀਕ ਹੈ ਜੀ, ਇੱਥੇ ਪਰ ਆਪਾਂ ਸਿੱਧੇ ਬੈਨੀਫਿਟ ਨੈਗੇਟਿਵ ਸੀ ਕਰਨ ਲੱਗਿਆ। ਇੱਥੇ ਚੀਜ਼ ਇੰਨੀ ਜ਼ਿਆਦਾ ਸੂਟ ਨਹੀਂ ਕਰਦੀ। ਟੂ ਕਮੈਂਸ ਵਿਦ ਦਾ ਫਸਟ ਬੈਨੀਫਿਟ ਪਹਿਲੇ ਬੈਨੀਫਿਟ ਨਾਲ ਦੇਖਦੇ ਹੋਏ ਫਸਟ ਅੱਗੇ ਵਧਦੇ ਹੋਏ ਇਟ ਮੇਕ ਸੈਂਸ। ਚਲੋ ਇਹ ਤਾਂ ਕੱਟਤਾ ਆਪਾਂ। ਆਫਟਰ ਵਿਨਿੰਗ ਲੋਟਰੀ ਇੰਡੀਵਿਜੂਅਲ ਇਨਵੈਸਟ ਦਿਸ ਮਨੀ। ਦੇਖੋ ਇੱਥੇ ਮੈਂ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ ਆਫਟਰ ਵਿਨਿੰਗ ਲੋਟਰੀ ਜਿੱਤਣ ਤੋਂ ਬਾਅਦ ਇੰਡੀਵਿਜੂਅਲ ਤੁਸੀਂ ਲਿਖਿਆ ਇੱਥੇ ਇਨਵੈਸਟ ਦਿਸ ਮਨੀ ਟੂ ਓਪਨ ਆ ਨਿਊ ਬਿਜ਼ਨਸ। ਓਪਨ ਦੀ ਜਗ੍ਹਾ ਤੇ ਆਪਾਂ ਕਰ ਸਕਦੇ ਹੁੰਦੇ ਆ ਇਸਟੈਬਲਿਸ਼। ਸਹੀ ਜਿਹੜਾ ਵਰਡ ਆ ਨਾ ਇਸਟੈਬਲਿਸ਼ ਹੀ ਪੈਣਾ। ਇਹਨਾਂ ਨੇ ਕੀ ਕਰਤਾ? ਇਨਵੈਸਟ ਇਹਨਾਂ ਨੇ ਲਿਖਤਾ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ। ਇਹਦਾ ਮਤਲਬ ਕੀ ਹੁੰਦਾ ਕਿ ਇਦਾਂ ਹੁੰਦਾ ਹੈ। ਆਪਾਂ ਕੀ ਲਿਖਣਾ ਸੀ ਕਿ ਇਦਾਂ ਹੋ ਸਕਦਾ ਹੈ। ਫਾਇਦਾ ਵਾ ਨਾ, ਫਾਇਦਾ ਮਤਲਬ ਹੋ ਸਕਦਾ ਹੈ। ਕੀ ਲਿਖਤਾ? ਲੋਟਰੀ ਜਿੱਤਣ ਤੋਂ ਬਾਅਦ ਇੰਡੀਵਿਜੂਅਲ ਇਦਾਂ ਕਰਦੇ ਆ। ਆਪਾਂ ਕੀ ਲਿਖਣਾ ਸੀ? ਇਦਾਂ ਕਰ ਸਕਦੇ ਆ। ਆਫਟਰ ਵਿਨਿੰਗ ਲੋਟਰੀ ਇੰਡੀਵਿਜੂਅਲ ਕੈਨ ਇਨਵੈਸਟ ਦਿਸ ਮਨੀ ਟੂ ਇਸਟੈਬਲਿਸ਼ ਅ ਨਿਊ ਬਿਜ਼ਨਸ। ਇਸਟੈਬਲਿਸ਼ ਹੀ ਪੈਣਾ ਚਾਹੀਦਾ ਸੀ। ਨਾਈਸ ਵਰਡ ਆ ਇੱਥੇ। ਟੂ ਓਪਨ ਅ ਨਿਊ ਬਿਜ਼ਨਸ ਅੱਗੇ ਇਹਨਾਂ ਨੇ ਕੀ ਲਿਖਿਆ? ਕਹਿੰਦੇ ਬਿਜ਼ਨਸ ਨੂੰ ਓਪਨ ਕਰਨ ਦੇ ਲਈ ਦੇ ਨੀਡ, ਇਹ ਲਿਖਿਆ ਹੈਵ ਨੀਡ। ਮੈਂ ਇਹ ਕੱਟ ਦੋ ਤੁਸੀਂ। ਦੇ ਨੀਡ ਮੈਨੀ ਇੰਪਲੋਇਜ਼ ਟੂ ਰਨ ਦਾ ਬਿਜ਼ਨਸ। ਦੇਖੋ ਇੱਥੇ ਕੀ ਲਿਖਿਆ ਆ? to open a new business, number 1
ਟੂ ਰਨ ਦਾ ਬਿਜ਼ਨਸ ਸਮੂਥਲੀ। ਆ ਜਿਹੜੇ ਦੋ ਚੀਜ਼ਾਂ ਪਾਈਆਂ ਨੇ ਨਾ, ਇਹ ਤੁਹਾਡੇ ਵਰਡ ਦੀ ਲਿਮਿਟ ਖਰਾਬ। ਦੇਖੋ ਤੁਹਾਡੇ ਕੋਲ ਇੱਕ ਪੈਰੇ 'ਚ 100 ਸ਼ਬਦ ਨੇ, ਘੱਟ ਨਹੀਂ ਹੈ, ਬਹੁਤ ਜ਼ਿਆਦਾ ਵੀ ਨਹੀਂ ਹੈ, ਠੀਕ ਹੈ। ਬਹੁਤ ਕੱਲਾ ਕੱਲਾ ਸ਼ਬਦ ਦੇਖ ਦੇਖ ਕੇ ਲਿਖਣਾ। 1 2 3 5 ਵਰਡਸ ਉੱਪਰ ਖਰਾਬ ਕਰਤੇ, 5 ਵਰਡਸ ਨੀਚੇ ਖਰਾਬ ਕਰਤੇ। ਮੇਰੇ ਕਹਿਣ ਦਾ ਮਤਲਬ ਕੀ ਸੀ, ਇੱਥੇ ਲਿਖਿਆ ਸੀ ਨਾ ਆਫਟਰ ਵਿਨਿੰਗ ਲੋਟਰੀ, ਲੋਟਰੀ ਜਿੱਤਣ ਤੋਂ ਬਾਅਦ ਇੱਥੇ ਕੋਮਾ ਪੈਣਾ ਚਾਹੀਦਾ ਸੀ। ਇੰਡੀਵਿਜੂਅਲ ਕੈਨ ਇਨਵੈਸਟ ਦਿਸ ਮਨੀ ਟੂ ਇਸਟੈਬਲਿਸ਼ ਅ ਨਿਊ ਬਿਜ਼ਨਸ, ਠੀਕ ਹੈ ਜੀ। ਸਾਈਡ ਤੇ ਬਣਾ ਲੈਂਦੇ ਆ, ਲੋਟਰੀ ਜਿੱਤਣ ਤੋਂ ਬਾਅਦ ਇੰਡੀਵਿਜੂਅਲਸ ਇਹਨੂੰ ਸਟਾਰਟ ਕਰ ਸਕਦੇ ਆ, ਕਿਹਦੇ ਵਿੱਚ ਇੱਕ ਨਵਾਂ ਬਿਜ਼ਨਸ ਚਲਾ ਸਕਦੇ ਆ, ਠੀਕ ਹੈ। ਅੱਗੇ ਲਿਖਤਾ ਆਪਾਂ BECAUSE, ਕਿਉਂ? ਕਿਉਂਕਿ ਬਿਜ਼ਨਸ ਚਲਾਉਣ ਦੇ ਲਈ ਆਪਾਂ ਨੂੰ ਕਾਫੀ ਜ਼ਿਆਦਾ ਇੰਪਲੋਇਜ਼ ਚਾਹੀਦੇ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਸੈਲਰੀ ਦੇਣੀ ਹੁੰਦੀ ਆ, ਜੋ ਚੀਜ਼ ਬਹੁਤ ਜ਼ਿਆਦਾ ਔਖੀ ਆ। ਸ਼ਾਇਦ ਇਹਨਾਂ ਨੇ ਇਦਾਂ ਲਿਖਿਆ, ਮੈਂ ਪਹਿਲਾਂ ਵੀ ਇੱਕ ਵਾਰ ਪੜ੍ਹਿਆ ਸੀ, ਬਾਕੀ ਦੇਖਦੇ ਹਾਂ। ਮੈਂ ਇੱਥੇ ਇਦਾਂ ਐਲਗੋਰਿਦਮ ਬਣਾਈ ਸੀ, ਇਹਨਾਂ ਨੇ ਕੀ ਬਣਾਈ ਆ, ਇਹ ਕਹਿੰਦੇ ਲੋਟਰੀ ਜਿੱਤਣ ਤੋਂ ਬਾਅਦ ਬਿਜ਼ਨਸ ਚਲਾ ਸਕਦੇ ਆ। ਬਿਜ਼ਨਸ ਚਲਾਉਣ ਦੇ ਲਈ ਇੱਥੇ ਇਹਨਾਂ ਨੇ ਬਿਕੋਜ਼ ਪਾ ਕੇ ਨਹੀਂ ਗੱਲ ਸਟਾਰਟ ਕੀਤੀ, ਇਹ ਤਾਂ ਬਿਜ਼ਨਸ ਚਲਾਉਣ ਦੇ ਲਈ, ਫਿਰ ਬਿਜ਼ਨਸ ਚਲਾਉਣ ਦੇ ਲਈ ਦੋ ਵਾਰੀ ਗੱਲ ਕਰਤੀ, ਜੋ ਕਿ ਚੀਪ ਬਣਾਉਂਦੀ ਐ ਐਸੇ ਨੂੰ। ਟੂ ਓਪਨ ਅ ਨਿਊ ਬਿਜ਼ਨਸ, ਪਹਿਲਾਂ ਹੀ ਗੱਲ ਹੋ ਗਈ ਸੀ ਉੱਪਰਲੇ ਪੈਰੇ ਦੇ ਵਿੱਚ, ਉੱਪਰਲੀ ਲਾਈਨ ਦੇ ਵਿੱਚ। ਦੇ ਨੀਡ ਮੈਨੀ ਇੰਪਲੋਇਜ਼ ਟੂ ਰਨ ਦਾ ਬਿਜ਼ਨਸ ਸਮੂਥਲੀ, ਐਜ਼ ਅ ਰਿਜ਼ਲਟ ਦੇ ਲਈ ਇਟ ਕੈਨ ਓਪਨ ਦਾ ਜੌਬ ਓਪਰਚੁਨਿਟੀ, ਇਹ ਨਾਲ ਜੌਬ ਓਪਰਚੁਨਿਟੀਜ਼ ਓਪਨ ਹੋ ਸਕਦੀਆਂ। ਦੇਖੋ ਜੀ ਦੁਬਾਰਾ ਸਮਝ ਲਓ ਇਹਨੂੰ, ਐਜ਼ ਅ ਰਿਜ਼ਲਟ ਦਾ ਮਤਲਬ ਕੀ ਹੈ, ਤੁਸੀਂ ਨਤੀਜਾ ਕੀ ਕੱਢਿਆ ਇਹਦਾ, ਕਿ ਇਹਦੇ ਨਾਲ ਜੌਬ ਓਪਰਚੁਨਿਟੀਜ਼ ਓਪਨ ਹੋ ਸਕਦੀਆਂ ਨੇ ਫॉर ਮੈਨੀ ਪੀਪਲ, ਠੀਕ ਹੈ। ਕਈ ਲੋਕਾਂ ਦੇ ਲਈ ਇਹਦੇ ਨਾਲ ਜੌਬ ਓਪਰਚੁਨਿਟੀਜ਼ ਓਪਨ। ਤੁਸੀਂ ਕੀ ਲਿਖਣਾ ਸੀ, ਇੱਕ ਬੰਦਾ ਉਹਨੇ ਲੋਟਰੀ ਖਰੀਦੀ, ਕੀ ਉਹਦੇ ਲਈ ਫਾਇਦੇ ਜ਼ਿਆਦਾ ਨੇ ਇਹਦੇ ਜਾਂ ਨੁਕਸਾਨ ਜ਼ਿਆਦਾ ਨੇ? ਕੀ ਇਹ ਐਸੇ ਉਹਦੇ ਤੇ ਲਿਖਿਆ ਜਾ ਰਿਹਾ ਵਾ ਜਿਹਨੇ ਖਰੀਦੀ ਸੀ? ਨਹੀਂ, ਐਸੇ ਉਹਦੇ ਤੇ ਲਿਖਿਆ ਜਾਂਦਾ। ਤੁਸੀਂ ਦੁਨੀਆ ਬਾਰੇ ਇਹਦੇ ਫਾਇਦੇ ਨੁਕਸਾਨ ਦੱਸਣ ਲੱਗ ਗਏ। ਐਜ਼, ਕਿਉਂਕਿ ਦੇ ਕੈਨ ਗੈਟ ਚਾਂਸ ਟੂ ਵਰਕ, ਕਿਉਂਕਿ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ ਵਾ। ਐਂਡ ਕੰਟਰੀਬਿਊਟ ਇਨ ਆਰਗੇਨਾਈਜੇਸ਼ਨ ਐਜ਼ ਅ ਵਰਕਰ, ਹਾਏ ਹਾਏ, ਵਰਕਰ ਦੇ ਤੌਰ ਤੇ ਕੰਮ ਕਰ ਸਕਦੇ ਆ। ਵਿਚ ਰੀਅਲੀ ਹੈਲਪਸ, ਜਿਹੜੀ ਚੀਜ਼ ਹੈਲਪ them ਟੂ ਅਰਨ ਮਨੀ। ਦੇਖੋ ਇੱਥੇ ਕੀ ਲਿਖਿਆ ਪਿਆ, ਉਹ ਹੈਲਪ ਕਰਦੀ ਹੀ ਪਈ ਆ। ਜੇ ਇੱਥੇ ਲਿਖਣਾ ਸੀਗਾ ਕੈਨ ਹੈਲਪ, ਤੁਹਾਨੂੰ ਸਾਰਾ ਸਮਝਾਉਣਾ ਮੈਂ ਇਹਨਾਂ ਨੇ ਕੀ ਲਿਖਿਆ ਹੈ ਤੇ ਆਉਣਾ ਕੀ ਸੀਗਾ। ਦੇ ਮੇ ਨਾਟ ਫੇਸ ਐਨੀ ਡਿਫਿਕਲਟੀ ਸਸਟੇਨ देयर ਲਾਈਫ। ਉੱਪਰ ਤੋਂ ਲੈ ਕੇ ਨੀਚੇ ਤੱਕ ਪੜ੍ਹਦੇ ਆ, ਪਹਿਲਾਂ ਪੰਜਾਬੀ ਦੇ ਵਿੱਚ ਨਾਲ ਨਾਲ ਚੱਲਿਓ, ਬਸ ਇਹੀ ਪੈਰਾ ਪੜਾਂਗੇ, ਤੁਹਾਨੂੰ ਇਹਦੇ ਤੋਂ ਬਹੁਤ ਜ਼ਿਆਦਾ ਸਮਝ ਲੱਗੂਗੀ, ਬਹੁਤ ਜ਼ਿਆਦਾ, ਸਪੈਸ਼ਲੀ ਜੇ ਤੁਸੀਂ ਨਵਾਂ ਲਿਖਣਾ ਸਟਾਰਟ ਕੀਤਾ। ਟੂ ਕਮੈਂਸ ਵਿਦ ਦਾ ਫਰਸਟ ਬੈਨੀਫਿਟ, ਪਹਿਲਾ ਬੈਨੀਫਿਟ ਕਹਿੰਦੇ ਇਹਦਾ ਇਹ ਆ, ਬੈਨੀਫਿਟ ਆ ਕਿ ਆਪਾਂ ਇਹ ਕਰ ਸਕਦੇ ਆ, ਪਰ ਨਹੀਂ, ਇਹਨਾਂ ਨੇ ਸਕਦੇ 'ਚ ਨਹੀਂ ਲਿਖਿਆ, ਇਦਾਂ ਹੁੰਦਾ ਵਾ, ਇਹਨਾਂ ਨੇ ਇਹਦੇ 'ਚ ਲਿਖਤਾ ਆਫਟਰ ਵਿਨਿੰਗ ਲੋਟਰੀ, ਲੋਟਰੀ ਜਿੱਤਣ ਤੋਂ ਬਾਅਦ ਇੱਥੇ ਕੋਮਾ ਪੈਣਾ ਸੀ। ਕੋਮਾ ਮਤਲਬ ਇੱਥੇ ਦਿਨ ਹੁੰਦਾ ਜਾਂ ਉਹਦੇ ਤੋਂ ਬਾਅਦ ਫਿਰ, ਠੀਕ ਹੈ। ਆਫਟਰ ਵਿਨਿੰਗ ਲੋਟਰੀ then individual can invest this money to open a new business। open ਦੀ ਜਗ੍ਹਾ ਤੇ ਮੈਂ ਤੁਹਾਨੂੰ ਦਾ ਵਰਡ ਦੱਸਿਆ ਸੀ establish, ਠੀਕ ਹੈ। ਇੱਥੇ ਵਰਡ ਚੇਂਜ ਹੋਣਾ ਸੀ, ਲਾਈਨ ਦੇ ਵਿੱਚ ਪਹਿਲਾਂ ਚੇਂਜ ਹੋਣਾ ਸੀਗਾ। ਬਿਜ਼ਨਸ ਕਰ ਸਕਦੇ ਆ ਟੂ ਓਪਨ ਅ ਨਿਊ ਬਿਜ਼ਨਸ। ਇਹ ਲਾਈਨ ਤੇ ਮੈਨੂੰ ਪ੍ਰੋਬਲਮ ਸੀ ਕਿ ਉੱਪਰਲੀ ਸਾਈਡ 'ਚ ਉੱਪਰ ਲਿਖ ਹੀ ਦਿੱਤਾ ਸੀਗਾ, ਇੱਥੇ ਟੂ ਡੂ ਦਿਸ ਵੀ ਲਿਖ ਦਿੰਦੇ, ਉਹ ਵੀ ਤਾਂ ਇੱਕ ਮਾਡਰਨ ਇੰਗਲਿਸ਼ ਹੀ ਹੋ ਜਾਣੀ ਸੀ ਨਾ, ਟੂ ਡੂ ਦਿਸ, ਇਦਾਂ ਕਰਨ ਦੇ ਲਈ। ਦੇ ਨੀਡ ਮੈਨੀ ਇੰਪਲੋਇਜ਼, ਇਦਾਂ ਕਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਇੰਪਲੋਇਜ਼ ਕਰਦੇ ਨੇ। ਇੱਥੇ ਕੀ ਲਿਖਤਾ, देयर बिजनेस स्मूथली, वेस्टेज ऑफ वर्ड। एज अ रिजल्ट, क्योंकि वही तो चीज ऊपर लिखी है, एज अ रिजल्ट इट कैन ओपन, एस किवें आ गई ਇਹਦੇ ਚ कैन ਨਾਲ, इट कैन ओपन द जॉब अपॉर्चुनिटी, ਇਹ ਨਾਲ जॉब अपॉर्चुनिटीज ओपन हो ਸਕਦੀਆਂ ਨੇ फॉर पीपल एज दे कैन गेट चांस टू वर्क, क्योंकि ਉਹਨਾਂ ਨੂੰ ਆਏ ਹਾਏ, ਉੱਪਰਲੀ ਲਾਈਨ ਦਾ ਮਤਲਬ ਤੇ ਨੀਚੇ ਵਾਲੇ ਦਾ ਮਤਲਬ ਕੀ ਆ? ਇੱਥੇ ਲਿਖਿਆ ਸੀ ਓਪਨ ਜੌਬ ਓਪਰਚੁਨਿਟੀਜ਼ ਮਿਲ ਸਕਦੀਆਂ ਨੇ, ਕਿਉਂਕਿ ਦੇ ਕੈਨ ਗੈਟ ਚਾਂਸ ਟੂ ਵਰਕ, ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ। ਐਂਡ ਕੰਟਰੀਬਿਊਟ ਇਨ ਆਰਗੇਨਾਈਜੇਸ਼ਨ ਐਜ਼ ਅ ਵਰਕਰ। ਤੁਹਾਨੂੰ ਮੈਂ ਇਧਰਲੀ ਸਾਈਡ ਜਿਹੜੀ ਲਾਈਨ ਤੇ ਕਲਿੱਕ ਕਰੂੰਗਾ ਨਾ, ਉਹਦੇ 'ਚ ਸ਼ਬਦ ਹੀ ਖਰਾਬ ਕੀਤੇ ਹੋਏ ਆ, ਤੁਹਾਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਆ। ਜੇ ਤੁਸੀਂ ਪਹਿਲਾਂ ਹੀ ਸਮਝ ਗਏ ਆ ਚੀਜ਼ ਆਇਲਸ ਕਰਨ ਦੇ ਫਸਟ ਮੰਥ ਦੇ ਵਿੱਚ ਵੀ, ਤੁਸੀਂ ਬਹੁਤ ਅੱਗੇ ਜਾਓਗੇ। ਨੰਬਰ 1 ਇਹਦੇ ਚ ਵਰਡ ਖਰਾਬ ਕੀਤੇ ਗਏ ਆ। ਨੰਬਰ ਇਹਦੇ ਵਿੱਚ ਇੱਕ ਇਟ ਮੇਕ ਸੈਂਸ ਦੱਸ ਦੀ ਜ਼ਰੂਰਤ ਹੈ ਨਹੀਂ ਸੀ। ਟੂ ਓਪਨ ਅ ਨਿਊ ਬਿਜ਼ਨਸ ਮੈਨੂੰ ਮਗਰੋਂ ਹੀ ਪਤਾ ਲੱਗ ਗਿਆ ਸੀ। ਟੂ ਰਨ ਅ ਬਿਜ਼ਨਸ ਤੁਸੀਂ ਤੀਜੀ ਵਾਰੀ ਲਿਖਿਆ ਵਾ, ਇਹਨਾਂ ਜੌਬ ਓਪਰਚੁਨਿਟੀਜ਼ ਪੈਦਾ ਹੋ ਜਾਣਗੀਆਂ। ਚਲੋ ਪਹਿਲੇ ਨੰਬਰ ਤੇ ਤਾਂ ਮੈਂ ਇਹ ਕਹਿੰਦਾ ਇਹ ਚੀਜ਼ ਆਉਣੀ ਹੋਈ ਨਹੀਂ ਸੀ। ਤੁਸੀਂ ਜਿਹੜੇ ਬੰਦੇ ਨੇ ਬਾਏ ਕੀਤੀ ਆ ਨਾ ਟਿਕਟ, ਤੁਸੀਂ ਉਹਦੇ ਬਾਰੇ ਲਿਖਣਾ ਸੀ। ਤੁਸੀਂ ਤਾਂ ਜਿਨ੍ਹਾਂ ਨੂੰ ਕੰਮ ਦਿੰਦਾ ਪਿਆ ਉਹਦੇ ਬਾਰੇ ਲਿਖਣ ਲੱਗ ਗਏ। ਇਹ ਵੀ ਚੀਜ਼ ਆਉਣੀ ਸੀ, ਕਿਹੜੇ ਤਰੀਕੇ ਨਾਲ ਆਉਣੀ ਸੀ ਮੈਂ ਲਾਸਟ ਤੇ ਦੱਸਦਾ, ਠੀਕ ਹੈ। ਫਿਰ ਇਹਦੇ ਵਿੱਚ ਵਰਡ ਖਰਾਬ ਕੀਤੇ ਗਿਆ, ਕਿਵੇਂ? ਪਹਿਲਾਂ ਹੀ ਲਿਖਤਾ ਸੀ ਉਹਨਾਂ ਨੂੰ ਜੌਬ ਓਪਰਚੁਨਿਟੀ ਮਿਲ ਸਕਦੀ ਹੈ, ਇੱਥੇ ਕੀ ਲਿਖਤਾ ਐਜ਼ ਦੇ ਕੈਨ ਗੈਟ ਅ ਚਾਂਸ ਟੂ ਵਰਕ ਐਂਡ ਕੰਟਰੀਬਿਊਟ ਇਨ ਦਾ ਆਰਗੇਨਾਈਜੇਸ਼ਨ ਐਜ਼ ਅ ਵਰਕ। ਜਿਹਦੇ ਤੇ ਮੈਂ ਇੱਧਰ ਚੈੱਕ ਲਗਾਇਆ, ਇਹ ਸਾਰੀਆਂ ਲਾਈਨਾਂ 'ਚ ਸ਼ਬਦ ਖਰਾਬ ਹੋਏ ਹੋਏ ਆ। ਵਿਚ ਰੈਲੀ ਹੈਲਪ ਟੂ
ਅਰਨ ਮਨੀ, ਜਿਹਦੀ ਕਰਕੇ ਪੈਸੇ ਕਮਾਏ ਜਾ ਸਕਦੇ ਆ। ਦੇ ਮੇ ਨਾਟ ਫੇਸ ਐਨੀ ਡਿਫਿਕਲਟੀ ਟੂ ਸਸਟੇਨ देयर ਲਾਈਫ, ਆਪਣੀ ਜ਼ਿੰਦਗੀ। ਇੱਥੇ ਕੀ ਹੋਣਾ ਸੀ, ਆਪਣਾ ਬਿਜ਼ਨਸ ਚਲਾਉਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਇਹਨਾਂ ਨੇ ਕੀ ਕਿਹਾ, ਆਪਣੀ ਜ਼ਿੰਦਗੀ ਚਲਾਉਣ ਦੇ ਵਿੱਚ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ ਆਊਗੀ। ਐਸੇ ਕਿਹਦੇ ਤੇ ਲਿਖਦੇ ਪਏ ਸੀ ਆਪਾਂ, ਪਤਾ ਨਹੀਂ ਕਿਤੇ ਲਿਖਦੇ ਸੀ, ਲੋਟਰੀ ਟਿਕਟ ਨਹੀਂ ਸੀ ਲਿਖਦੇ ਪਏ ਆਪਾਂ। ਇਟ ਹੈਜ਼ ਫਰੂਟਫੁਲ ਰਿਜ਼ਲਟ ਫॉर ਮੈਨੀ ਪੀਪਲ ਆਫਟਰ ਵਿਨਿੰਗ। ਇਟ ਹੈਜ਼, ਇਹਨੂੰ ਗ੍ਰਾਮੈਟਿਕਲੀ देयर आर मैनी बेनिफिट्स, सो दिस इज द फर्स्ट बेनिफिट ऑफ बाइंग अ लॉटरी टिकट। उत्ते की लिखिया सीगा लॉटरी टिकट। सो फर्स्टली पीपल कैन मेक मनी फ्रॉम द लॉटरी। यही नहीं सी पै सकदा कि लोग इहदे तो होर पैसा बना सकदे। हुण तुहानूं मैं दसदा इह च बिजनेस काम लोकां नूं जॉब देनी सी ना, दिंदे आ जॉब। ये भी देख लो किवें आउणा सी। देखो इन्हां ने क्या वा, जदों आपां कोई बंदा फर्स्ट ऑफ ऑल किस ने लॉटरी जित ली, ठीक है, ਉਹਦੇ ਤੋਂ ਬਾਅਦ ਉਹ ਬੰਦਾ ਆਪਣਾ ਬਿਜ਼ਨਸ ਚਲਾ ਸਕਦਾ ਵਾ। ਇਹਦੇ ਤੋਂ ਬਾਅਦ ਕੀ ਆਉਣਾ ਚਾਹੀਦਾ ਸੀਗਾ, ਮੇਨ ਆਈਡੀਆ ਕੀ ਸੀਗਾ ਕਿ ਉਹ ਬੰਦਾ ਆਪਣਾ ਬਿਜ਼ਨਸ ਚਲਾ ਸਕਦਾ, ਠੀਕ ਹੈ। ਅੱਗੇ ਕੀ ਆਉਣਾ ਸੀਗਾ, ਕਿਉਂਕਿ ਬਿਜ਼ਨਸ ਚਲਾਉਣ ਦੇ ਲਈ ਬੰਦੇ ਨੂੰ ਬਹੁਤ ਜ਼ਿਆਦਾ ਮਨੀ ਦੀ ਜ਼ਰੂਰਤ ਹੁੰਦੀ ਆ, ਜੋ ਮੋਸਟ ਆਫ ਦਾ ਟਾਈਮ ਲੋਕਾਂ ਕੋਲੇ ਇੰਨੀ ਨਹੀਂ ਹੁੰਦੀ। ਬੰਦਾ ਆਰਾਮ ਨਾਲ ਆਪਣਾ ਬਿਜ਼ਨਸ ਚਲਾ ਸਕਦਾ ਤੇ ਉਹਦੇ ਤੋਂ ਕਾਫੀ ਪੈਸਾ ਬਣਾ ਸਕਦਾ, ਠੀਕ ਹੈ। ਇੱਥੇ ਮਨੀ ਵਾਲੀ ਲਾਈਨ ਸੀ ਨਾ, ਜਿਹੜੀ ਚੀਜ਼ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ। ਲੌਟਰੀ ਜਿੱਤਣ ਤੋਂ ਬਾਅਦ ਬੰਦਾ ਬਿਜ਼ਨਸ ਚਲਾ ਸਕਦਾ। ਬਿਜ਼ਨਸ ਚਲਾਉਣ ਦੇ ਲਈ ਕਾਫੀ ਜ਼ਿਆਦਾ ਪੈਸਾ ਚਾਹੀਦਾ ਹੁੰਦਾ, ਜੋ ਨਾਰਮਲੀ ਬੰਦਾ ਇੰਨਾ ਅਫੋਰਡ ਨਹੀਂ ਕਰ ਸਕਦਾ। ਇੱਥੇ ਨਾਟ ਓਨਲੀ ਦਿਸ, ਇਹਦੇ ਨਾਲ ਬੰਦਾ ਦੂਸਰਿਆਂ ਨੂੰ ਵੀ ਜੌਬ ਓਪਰਚੁਨਿਟੀਜ਼ ਦਿੰਦਾ ਵਾ, ਜਿਹਦੇ ਨਾਲ ਲੋਕਾਂ ਦਾ ਵੀ ਕੰਮ ਚੱਲ ਜਾਂਦਾ। ਇਹਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਨਾ ਤਾਂ ਕਿ ਇਦਾਂ ਹੀ ਲੱਗੇ ਕਿ 1 ਪੁਆਇੰਟ ਪੈਰਾਗ੍ਰਾਫ ਹੀ ਆ। ਸੋ ਪਹਿਲਾ ਬੈਨੀਫਿਟ ਕੀ ਹੈ ਇਹਦਾ, ਇਹ ਨਾਲ ਲੋਕ ਪੈਸੇ ਤੋਂ ਪੈਸਾ ਬਣਾ ਸਕਦੇ ਆ, ਮਨੀ। ਪਹਿਲਾ ਬੈਨੀਫਿਟ ਕੀ ਰੱਖਣਾ ਸੀ, ਲੋਕ ਇਹਦੇ ਤੋਂ ਆਪਣਾ ਕੰਮ ਚਲਾ ਸਕਦੇ ਆ, ਇਨਵੈਸਟਮੈਂਟ ਦੇ ਤੌਰ ਤੇ ਚੱਲ ਸਕਦੇ ਆ। ਜਦੋਂ ਇੱਥੇ ਲਿਖਿਆ ਸੀ ਨਾ ਕਿ ਕਿਉਂਕਿ ਬਿਜ਼ਨਸ ਚਲਾਉਣ ਦੇ ਲਈ ਪੈਸਾ ਚਾਹੀਦਾ ਹੁੰਦਾ, ਤਾਂ ਇੱਥੇ ਕਾਫੀ ਚੀਜ਼ਾਂ, ਇੱਥੇ 3-4 ਚੀਜ਼ਾਂ ਪਾ ਸਕਦੇ ਸੀ, ਜਿਵੇਂ ਕਿ ਇੰਪਲੋਇਜ਼ ਨੂੰ ਸੈਲਰੀ ਦੇਣੀ ਹੁੰਦੀ ਆ, ਕਈ ਇੰਸਟਰੂਮੈਂਟਸ ਖਰੀਦਣੇ ਪੈਂਦੇ ਆ, ਇਹ ਉਹ ਕਰਕੇ ਇੱਥੇ 3-4 ਚੀਜ਼ਾਂ ਪੈਣੀਆਂ ਸੀ। ਉਹ ਚੀਜ਼ਾਂ ਸਕਿਪ ਕੀਤੀਆਂ ਹੋਈਆਂ ਨੇ ਉੱਚੋਂ, ਠੀਕ ਹੈ। ਇਹਦੇ ਵਿੱਚੋਂ ਇੱਕ ਸਿੱਖਣ ਦੀ ਗੱਲ ਕਿਹੜੀ ਆ, ਫਸਟ ਆਫ ਆਲ ਜਦੋਂ ਆਪਾਂ ਇੱਕ ਐਸੇ ਲਿਖਦੇ ਆ, ਉਹਦੇ ਵਿੱਚ ਆਪਾਂ ਨੂੰ ਇੱਕ ਚਾਹੀਦਾ ਹੁੰਦਾ ਪੁਆਇੰਟ, ਉਹਦੇ ਨੀਚੇ ਆਪਾਂ ਨੂੰ ਚਾਹੀਦਾ ਹੁੰਦਾ ਵਾ ਸਬ ਪੁਆਇੰਟ। ਇਹ ਐਸੇ ਦੇ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਬੰਦਾ ਬਿਜ਼ਨਸ ਚਲਾ ਸਕਦਾ ਵਾ। ਬਿਜ਼ਨਸ ਕਿਵੇਂ ਚਲਾ ਸਕਦਾ ਵਾ, ਸਬ ਪੁਆਇੰਟ ਮੇਰਾ ਸੀਗਾ ਕਿਉਂਕਿ ਬਿਜ਼ਨਸ ਚਲਾਉਣ ਦੇ ਲਈ ਪੈਸਾ ਬਹੁਤ ਚਾਹੀਦਾ ਹੁੰਦਾ, ਜੋ ਕਿ ਬੰਦੇ ਨੂੰ ਲੋਟਰੀ ਤੋਂ ਆਸਾਨੀ ਨਾਲ ਮਿਲ ਜਾਂਦਾ। ਦੂਸਰੀਆਂ ਚੀਜ਼ਾਂ ਤੋਂ ਅਫੋਰਡ ਕਰਨਾ ਥੋੜਾ ਔਖਾ ਵਾ। ਪਹਿਲਾ ਕੀ ਸੀਗਾ ਕਿ ਉਹਦੇ ਤੋਂ ਆਪਾਂ ਨੂੰ ਪੈਸੇ ਮਿਲ ਜਾਂਦੇ ਆ। ਦੂਸਰਾ ਇੱਥੇ ਆਪਾਂ ਵਾਏ, ਦੂਜੀਆਂ ਥਾਵਾਂ ਤੋਂ ਕਿਉਂ ਔਖਾ ਵਾ ਜਾਂ ਪੈਸਾ ਮਿਲ ਸਕਦਾ ਵਾ, ਤਾਂ ਉਹਦਾ ਕੀ ਬੈਨੀਫਿਟ ਆ, ਵਾਟ। ਫਿਰ ਪੈਸਾ ਆ ਗਿਆ ਤਾਂ ਫਿਰ ਵਾਟ, ਫਿਰ ਕੀ ਕਰਨਾ ਵਾ, ਫਿਰ ਬੰਦਾ ਅੱਗੇ ਜਾ ਕੇ ਚੀਜ਼ਾਂ ਨੂੰ ਬਾਏ ਕਰ ਸਕਦਾ ਵਾ, ਲੋਕਾਂ ਨੂੰ ਹਾਇਰ ਕਰ ਸਕਦਾ ਵਾ। ਇਹ ਵਾਲੀਆਂ ਚੀਜ਼ਾਂ ਪ੍ਰੈਕਟੀਕਲ ਬਣੀਆਂ ਸੀ, ਇਹਨਾਂ ਨਾਲ ਗੱਲ ਦੀ ਸੈਂਸ ਵੀ ਜ਼ਿਆਦਾ ਬਣਦੀ ਆ। ਪਰ ਇਹਨਾਂ ਨੇ ਕੀ ਕੀਤਾ ਹੋਇਆ, ਆਹ ਸੀਗਾ ਇਹਨਾਂ ਦਾ ਮੇਨ ਪੁਆਇੰਟ, ਆਹ ਸੀ ਇਹਨਾਂ ਦੀ ਐਂਡਿੰਗ। ਵਿੱਚ ਦੀ ਪਤਾ ਹੀ ਲੱਗਾ ਕਿ ਜਲੇਬੀਆਂ ਬਣਾਤੀਆਂ ਐਕਸਪਲੇਨੇਸ਼ਨ ਦੀਆਂ, ਠੀਕ ਹੈ। ਇੰਨੇ ਟਵਿਸਟ ਤੁਸੀਂ ਨਹੀਂ ਦੇ ਸਕਦੇ ਇਹਨੂੰ ਸੋਹਣੇ ਤਰੀਕੇ ਨਾਲ। ਅਗਲੀ ਵਾਰੀ ਜੋ ਵੀ ਐਸੇ ਲਿਖਣਾ ਵਾ, ਉਹਨੂੰ ਲਿਖਣ ਤੋਂ ਪਹਿਲਾਂ 4 ਵਾਰੀ ਸੋਚਣਾ, ਇੱਕ ਲਾਈਨ ਦੀ ਚੈਕਿੰਗ ਹੋਣੀ ਆ। ਸੈਕੰਡਲੀ, ਪੀਪਲ ਵਿਲ ਨਾਟ ਹੈਵ ਟੂ ਸਟਰਗਲ ਵਿਦ देयर ਲਾਈਫ, ਸੌਰੀ, ਦੇ ਵਿਲ ਫ੍ਰੀ ਫਰੋਮ ਵਰੀਜ਼। ਓਕੇ, ਉਹਨਾਂ ਨੂੰ ਕੋਈ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਪੈਣੀ, ਟੈਨਸ਼ਨਾਂ ਤੋਂ ਦੂਰ ਹੋ ਜਾਣਗੇ ਆਫਟਰ ਵਿਨਿੰਗ ਲੋਟਰੀ। ਸਹੀ ਆ। ਹੁਣ ਅੱਗੇ ਵਾਲੀਆਂ ਲਾਈਨਾਂ 'ਚ ਕੀ ਆਉਣਾ ਚਾਹੀਦਾ ਵਾ, ਇਹਨਾਂ ਨੇ ਪੁਆਇੰਟ ਦਿੱਤਾ ਉੱਪਰਲੀ ਸਾਈਡ, ਯੈਸ ਦਿੱਤਾ। ਹੁਣ ਅੱਗੇ ਕੀ ਆਉਣਾ ਚਾਹੀਦਾ ਵਾ, ਹਾਊ ਜਾਂ ਵਾਈ, ਕਿਵੇਂ ਉਹ ਟੈਨਸ਼ਨਾਂ ਤੋਂ ਦੂਰ ਹੋ ਜਾਣਗੇ, ਜਾਂ ਵਾਈ ਕਿਉਂ ਟੈਨਸ਼ਨਾਂ ਤੋਂ ਦੂਰ। ਗੱਲ ਮਤਲਬ ਉਹੀ ਹੈ ਕਿ ਐਕਸਪਲੇਨੇਸ਼ਨ ਨਿਕਲੂਗੀ ਇਹਦੀ ਅੰਦਰੋਂ ਅੰਦਰ ਹੀ। ਟੂ ਬੀ ਮੋਰ ਪ੍ਰੀਸਾਈਜ਼, ਜ਼ਿਆਦਾ ਸਹੀ ਤਰੀਕੇ ਨਾਲ ਦੱਸਾਂ, ਕਹਿੰਦੇ ਮੈਂ ਅੱਜ ਕੱਲ ਐਵਰੀਵਨ ਡੂ ਵਰਕ, ਐਵਰੀਵਨ ਨਾਲ ਡੂ ਹੀ ਲੱਗਣਾ ਸੀ, ਡਜ਼ ਨਹੀਂ ਸੀ ਆਉਣਾ। ਵਰਕ ਹਰ ਕੋਈ ਬੰਦਾ ਕਰਦਾ ਵਾ, ਟੂ ਫੁਲਫਿਲ देयर ਰਿਕੁਆਇਰਮੈਂਟਸ ਐਂਡ ਟੂ ਬਿਕਮ ਸਕਸੈਸਫੁਲ ਇਨ देयर ਲਾਈਫ, ਠੀਕ ਹੈ। ਵਿਚ ਇਜ਼ ਰੀਅਲੀ ਅ ਟਾਈਮ ਕੰਜ਼ਿਊਮਿੰਗ ਪ੍ਰੋਸੈਸ। ਇਹਦੀ ਜਗ੍ਹਾ ਤੇ ਲਿਖੋ ਵਿਚ ਟੇਕਸ ਅ ਲੋਟ ਆਫ ਟਾਈਮ। ਕਿਉਂ ਇਹੋ ਜਿਹਾ ਕੰਮ ਕਰਦੇ ਪਏ ਹੋ, ਵਿਚ ਟੇਕਸ, ਜਿਹਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ। ਟਾਈਮ ਕੰਜ਼ਿਊਮਿੰਗ ਪ੍ਰੋਸੈਸ ਤੁਸੀਂ ਲਿਖੋ ਘਰੇ ਖਾਣਾ ਬਣਾਉਣਾ, ਉਹਦੇ 'ਚ ਬਹੁਤ ਸਮਾਂ ਲੱਗ ਜਾਂਦਾ। ਇਹਨੂੰ ਨਾ ਤੁਸੀਂ ਇਦਾਂ ਲਿਖੋ, ਸੂਟ ਨਹੀਂ ਕਰਦੀ ਇਹ ਚੀਜ਼। ਐਕਸਪਲੇਨੇਸ਼ਨ ਇਹਦੀ ਹੋਰ ਮੰਗੋਗੇ ਤਾਂ ਉਹ ਵੀ ਹੈਗੀ ਆ। ਚਲੋ, ਵਿਚ ਇਜ਼ ਰੀਅਲੀ ਅ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਐਜ਼ they have to face a lot of difficulty to get success, but when they get success in a lottery, ਇੱਥੇ ਹੁਣ ਤੁਸੀਂ ਉਹ ਲਿਖ ਲਓ ਨਾ, but when they win a lottery, ਆ ਚੀਜ਼ਾਂ ਨੂੰ ਰਿਪੀਟ ਕਰ ਤੋਂ get success, ਦੇ ਇੱਥੇ ਦੇ ਵੀ ਪਾਇਆ ਹੋਇਆ ਕਿਤੇ, ਇਹਨੂੰ ਰਿਪੀਟ ਕਾਹਤੋਂ ਕਰਦੇ ਪਏ, ਇਹਦੀ ਜਗ੍ਹਾ ਤੇ ਸਿੱਧਾ ਹੀ ਲਿਖੋ but when they win lottery they do everything which they want। ਇੱਥੇ can ਨਹੀਂ ਸੀ ਪੈਣਾ ਯਾਰ, they can do, ਇੱਥੇ ਕੌਮਾ ਨਹੀਂ ਸੀ ਪੈਣਾ, ਇੱਥੇ ਵੈਨ ਆ ਤਾਂ ਕੌਮਾ ਕੀ ਬਣ ਗਿਆ, ਦੈਨ ਬਣ ਗਿਆ। ਕਿੰਨੀ ਵਾਰ ਦੱਸਿਆ ਜਾਵੇ, they will not have any stress regarding their future and
also family can be passive है ना, family can be run in a better way. However, their drawbacks cannot be ignored. Their ਕਿੰਨਾ ਦੇ ਦੀ ਲੱਗਣਾ ਸੀ, the benefits also ਪਾ ਲਓ, ਹੋਰ ਜ਼ਿਆਦਾ ਉਹਦਾ ਫਲੇਵਰ ਆ ਜਾਊਗਾ। the drawbacks also cannot be ignored, ਠੀਕ ਹੈ, ਇਹਨਾਂ ਨੂੰ ਵੀ ਆਪਾਂ ਭੁੱਲ ਨਹੀਂ ਸਕਦੇ। actually in every work the certain kind of risk is involved, ਹਰ ਕੰਮ ਦੇ ਵਿੱਚ ਕਹਿੰਦੇ ਕਿਸੇ ਹੱਦ ਤੱਕ ਦਾ ਰਿਸਕ ਹੁੰਦਾ ਵਾ, ਹਾਂਜੀ ਹੁੰਦਾ ਵਾ। if they want to win lottery they will have to bear risk, bear risk, bear ਹੁੰਦਾ ਇਹਦਾ ਮਤਲਬ ਤਾਂ ਪਾਉਣਾ ਹੁੰਦਾ ਵਾ, ਇਹਦਾ ਮਤਲਬ ਹੁੰਦਾ ਸਹਿਣਾ, bear ਵੀ ਕਹਿ ਸਕਦੇ ਸੀਗੇ, ਟੇਕ ਵੀ ਕਹਿ ਸਕਦੇ ਸੀਗੇ। because in this scenario, ਇਸ scenario ਦੇ ਵਿੱਚ they are not sure whom win the, ਉਹਨਾਂ ਨੂੰ ਪਤਾ ਨਹੀਂ ਹੈਗਾ who win the lottery, ਜਵਾਕਾਂ ਵਾਲੀਆਂ ਚੀਜ਼ਾਂ ਹੋ ਗਈਆਂ। ਹਾਂ, in this scenario, in this scenario ਕਿਉਂ ਲਿਖਿਆ ਹੈ ਵਾ, because in case of gambling nothing is permanent, nothing is guaranteed, ਗੈਂਬਲਿੰਗ ਦੇ ਵਿੱਚ ਕਿਸੇ ਵੀ ਚੀਜ਼ ਦੀ ਗਾਰੰਟੀ ਨਹੀਂ ਹੁੰਦੀ। ਇਹ ਨਹੀਂ ਵਧੀਆ ਲੱਗਦੀ ਲਾਈਨ, ਮੈਂ ਕਹਿੰਦਾ ਹੁੰਦਾ ਨਾ ਰਾਈਟਿੰਗ ਦੇਖ ਕੇ ਕਿਸੇ ਦੀ ਉਮਰ ਦੱਸੀ ਜਾ ਸਕਦੀ ਆ, ਆਹ ਦੇਖ ਲਓ। ਬਿਕੋਜ਼ ਇਨ ਦਿਸ ਸਿਨੈਰੀਓ, ਇਦਾਂ ਦੀ ਸਿਨੈਰੀਓ ਦੇ ਵਿੱਚ ਦੇ ਆਰ ਨਾਟ ਸ਼ੋਰ, ਕਿੱਦਾਂ ਦੇ ਸਿਨੈਰੀਓ ਦੇ ਵਿੱਚ ਦੇ ਆਰ ਨਾਟ ਸ਼ੋਰ, ਉਹਨਾਂ ਨੂੰ ਸ਼ੋਰਿਟੀ ਨਹੀਂ ਹੈਗੀ। ਹਿਊਮ ਵਿਨ ਦਾ ਲੋਟਰੀ, ਕੌਣ ਲੋਟਰੀ ਜਿੱਤੂਗਾ, ਸਿੱਧਾ ਪਲੇਨ ਚੱਕ ਕੇ ਪੰਜਾਬੀ ਤੋਂ ਇੰਗਲਿਸ਼ ਬਣਾਤੀ, ਉਹਨੂੰ ਥੋੜਾ ਪੋਲਿਸ਼ ਕਰ ਸਕਦੇ ਸੀ, ਥੋੜਾ ਸੋਹਣਾ ਬਣਾ ਕੇ ਲਿਖ ਸਕਦੇ ਸੀ, ਠੀਕ ਹੈ। ਸਮਟਾਈਮ ਪੀਪਲ ਆਰ ਓਨਲੀ ਡਿਪੈਂਡ, people only depend on the result of lottery, but when they do not get success to win it, a word ਖਰਾਬ ਕੀਤੇ ਹੋਏ ਆ, their hope gets spoiled ਉਹਨਾਂ ਦੀ in few seconds, thus they may get depressed and face difficulties in later life। ਚਲੋ ਆ ਮੈਂ ਤੁਹਾਨੂੰ ਦੱਸਦਾ ਇਹਨੂੰ ਕਿਵੇਂ ਵਧੀਆ ਕਰਕੇ ਲਿਖਿਆ ਜਾ ਸਕਦਾ ਸੀ। ਦੇਖੋ ਗਲਤੀਆਂ ਕੀ ਕੀਤੀਆਂ ਹੋਈਆਂ ਨੇ, ਆਪਾਂ ਇਹਦਾ ਨੁਕਸਾਨ ਦੱਸਣ ਲੱਗੇ ਨਾ, ਦੈਟ ਮੀਨਸ ਇਹਦੇ 'ਚ ਜ਼ਿਆਦਾ ਨੁਕਸਾਨ ਦੱਸਾਂਗੇ ਆਪਾਂ ਇਹਨੂੰ। ਤੁਸੀਂ ਕੀ ਕਹਿੰਦਾ, ਆਹ ਲਾਈਨ ਪਾ ਕੇ ਤੁਸੀਂ ਇਹਨੂੰ ਨਾਰਮਲ ਬਣਾਤਾ ਨੁਕਸਾਨ ਨੂੰ, ਕਿ ਐਕਚੁਅਲੀ ਇਨ ਐਵਰੀ ਵਰਕ ਸਰਟਨ ਕਾਈਂਡ ਆਫ ਰਿਸਕ ਇਜ਼ ਇਨਵੋਲਵਡ, ਹਰ ਕੰਮ ਦੇ ਵਿੱਚ ਕਿਸੇ ਹੱਦ ਤੱਕ ਦਾ ਰਿਸਕ ਹੁੰਦਾ ਹੀ ਆ। ਫਿਰ ਇਹਦਾ ਨਾਰਮਲ ਆ ਵੀ ਇਹਦੇ ਵਿੱਚ ਵੀ ਆ, ਇਫ ਦੇ ਵਾਂਟ ਟੂ ਵਿਨ ਲੋਟਰੀ ਦੇ ਵਿਲ ਹੈਵ ਟੂ ਬੀਅਰ, ਉਹਨਾਂ ਨੂੰ ਰਿਸਕ ਚੱਕਣਾ ਪੈਣਾ ਵਾ। ਅੱਜ ਕੱਲ੍ਹ ਦੇ ਸਿਨੈਰੀਓ ਦੇ ਵਿੱਚ ਕਿਸੇ ਨੂੰ ਕੁਛ ਨਹੀਂ ਪਤਾ, ਪਹਿਲਾਂ ਕਿਹੜਾ ਪਤਾ ਲੱਗ ਜਾਂਦਾ ਹੁੰਦਾ ਸੀ ਸਰ ਜੀ। ਸਮ ਟਾਈਮ ਪੀਪਲ ਓਨਲੀ ਡਿਪੈਂਡ ਕਰਦੇ ਆ ਰਿਜ਼ਲਟ ਦੇ ਉੱਤੇ, ਠੀਕ ਹੈ ਜੀ। ਚਲੋ ਇਹਦੇ ਵਿੱਚ ਕੀ ਲਿਖਣਾ ਚਾਹੀਦਾ ਸੀਗਾ, ਲੋਕ ਨਾ ਅਡਿਕਟਡ ਹੋ ਜਾਂਦੇ ਆ। ਜਦੋਂ ਆਪਾਂ ਥੋੜੇ ਮੈਚੁਰ ਹੋਵਾਂਗੇ ਆਪਾਂ ਨੂੰ ਪਤਾ ਲੱਗੂ ਗੈਂਬਲਿੰਗ 'ਚ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ, ਨਾ ਹੀ ਕੋਈ ਵੀ ਜਿੱਤ ਪਾਊਗਾ। ਜਿਹੜਾ ਜਿੱਤ ਗਿਆ ਉਹਦਾ ਬਹੁਤ ਵੱਡਾ ਨੁਕਸਾਨ ਹੋਊਗਾ ਅੱਗੇ ਜਾ ਕੇ, ਜਿਹੜਾ ਹਾਰ ਗਿਆ ਉਹ ਬਚ ਵੀ ਸਕਦਾ ਵਾ। ਐਡਿਕਸ਼ਨ ਇੱਦਾਂ ਲਿਖਣੀਆਂ ਨਹੀਂ ਹੈਗੀਆਂ ਚੀਜ਼ਾਂ, ਮੈਂ ਸਮਝਾਉਣ ਦੇ ਲਈ ਕਹਿੰਦਾ ਪਿਆ ਵਾਂ। ਐਡਿਕਸ਼ਨ ਹੋ ਜਾਂਦੀ ਆ, ਲੋਕ ਮਿਹਨਤ ਕਰਨੀ ਬੰਦ ਕਰ ਦਿੰਦੇ ਆ। ਜਦੋਂ ਲੋਕ ਬੰਦਾ ਜਿੱਤ ਵੀ, ਇਹਦੇ ਵਿੱਚ ਕੀ ਦੱਸਣਾ, ਇਹਦੇ ਵਿੱਚ ਆਪਾਂ ਉਹਦਾ ਨੁਕਸਾਨ ਦੱਸਣਾ ਸੀ ਨਾ, ਆਪਾਂ ਦੱਸਣਾ ਸੀ ਇਹਦੇ ਵਿੱਚ ਲੈਸ ਲਾਈਕਲੀ ਜਿਹੜੀ ਪਰਸੈਂਟੇਜ ਆ ਵਿਨ ਕਰਨ ਦੀ ਪਰਸੈਂਟੇਜ ਕਿਹੜੀ ਆ, ਬਹੁਤ ਜ਼ਿਆਦਾ ਰੇਅਰ ਆ ਨਾ। ਬੰਦਾ ਬਹੁਤ ਕਿਤੇ ਜਿੱਤਦਾ ਵਾ, ਬੰਦਿਆਂ ਨੂੰ ਐਡਿਕਸ਼ਨ ਹੋ ਜਾਂਦੀ ਆ, ਜਦੋਂ ਕਿਤੇ ਦੇਖਦੇ ਆ ਵੀ ਕੋਈ ਹੋਰ ਬੰਦਾ ਜਿੱਤ ਗਿਆ ਫਿਰ ਉਹ ਸੈਲਫ ਮੋਟੀਵੇਟਡ ਹੋ ਜਾਂਦੇ ਆ। ਇਹ ਚੱਕਰ ਦੇ ਵਿੱਚ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਲਰੇਡੀ ਹੋ ਗਿਆ, ਤੁਸੀਂ ਐਗਰੀ ਕਰੋਗੇ ਇਹ ਪੁਆਇੰਟ ਨਾਲ, ਠੀਕ ਹੈ ਜੀ। ਇਹ ਵਾਲੀਆਂ ਚੀਜ਼ਾਂ ਹੋਣੀਆਂ ਸੀ ਇਹਦੇ ਵਿੱਚ, ਉਹ ਚੀਜ਼ਾਂ ਮੈਂ ਜਸਟ ਸਮਝਾਉਣ ਲਈ ਲਿਖਿਆ ਸੀਗੀਆਂ ਵੀ ਹਾਂ ਜਦੋਂ ਕੋਈ ਜਿੱਤ ਗਿਆ, ਦੇਖੋ ਜਿਹੜਾ ਬੰਦਾ ਅੱਜ ਜਿੱਤ ਗਿਆ ਉਹਦਾ ਕੱਲ ਨੂੰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਊ, ਕਿਉਂਕਿ ਉਹਦੇ ਚੋਂ ਆਪਣੇ ਆਪ ਨੂੰ ਕੱਢਣਾ ਬਹੁਤ ਔਖਾ ਵਾ। ਜੇ ਤੁਸੀਂ ਅੱਜ 100 ਜਿੱਤਦੇ ਹੋ, ਕੱਲ ਨੂੰ ਤੁਹਾਨੂੰ ਘਰੋਂ ਇਦਾਂ ਮੋਟੀਵੇਟ ਹੋ ਕੇ ਜਾਓਗੇ ਕਿ ਅੱਜ 1000 ਜਿੱਤੂਗਾ, ਨਾ ਵੀ ਜਿੱਤੇ ਫਿਰ ਵੀ ਅਗਲੇ ਦਿਨ ਕਹੋਗੇ ਕੋਈ ਗੱਲ ਨਹੀਂ 100 ਜਿੱਤਿਆ ਹੋਇਆ ਵਾ, ਅੱਗੇ ਜਿੱਤੂਗਾ। ਜਿਹੜਾ ਬੰਦਾ ਜਿੱਤ ਗਿਆ ਉਹ ਤਾਂ ਫਸ ਗਿਆ, ਜਿਹੜਾ ਪਹਿਲੀ ਵਾਰੀ 'ਚ ਹਾਰ ਗਿਆ ਹੋ ਸਕਦਾ ਉਹ ਪਿੱਛੇ ਹਟ ਵੀ ਜਾਵੇ, ਜਿਹੜਾ ਜਿੱਤ ਗਿਆ ਉਹਦੇ ਲਈ ਹਟਣਾ ਬਹੁਤ ਔਖਾ। ਇਹਦੀ ਕਰਕੇ ਕਹਿੰਦੇ ਨੇ ਗੈਂਬਲਿੰਗ ਇੱਕ ਟਰੈਪ ਆ, ਇਹਦੇ ਵਿੱਚੋਂ ਕੋਈ ਵੀ ਨਹੀਂ ਜਿੱਤ ਸਕਿਆ ਅੱਜ ਤੱਕ, ਜਿੱਤਣਾ ਵੀ ਨਹੀਂ ਹੈ ਅੱਗੇ ਕਿਸੇ ਨੇ। ਪਰ ਇਹ ਚੀਜ਼ਾਂ ਮੈਂ ਸਮਝਾਉਣ ਲਈ ਕਹਿੰਦਾ ਪਿਆ ਵਾਂ, ਇਹਨੂੰ ਕਿਵੇਂ ਟਵਿਸਟ ਕਰਕੇ ਇੱਕ ਐਕਸਪਲੇਨੇਸ਼ਨ 'ਚ ਪਾਉਣਾ, ਯੂ ਮਸਟ ਨੋ ਦੈਟ। ਰਿਕੈਪੀਚੁਲੇਟ ਕਰਨ ਦੇ ਲਈ, ਨੋ ਡਾਊਟ ਦੇਅਰ ਆਰ ਕਪਲ ਆਫ ਐਡਵਾਂਟੇਜਸ ਬਟ ਦਾ ਰਿਸਕ ਇਜ਼ ਆਲਸੋ ਇਨਵੋਲਵਡ ਇਨ ਦਿਸ, ਪਰ ਇਹਦਾ ਕਹਿੰਦੇ ਰਿਸਕ ਵੀ ਇਨਵੋਲਵਡ ਆ, ਕਪਲ ਆਫ ਐਡਵਾਂਟੇਜ ਵੀ ਆ, ਠੀਕ ਹੈ ਜੀ। ਦੂਸਰਾ ਪੈਰਾ ਸੋਹਣਾ ਲਿਖਿਆ ਹੋਇਆ ਸੀ ਜਿਹੜਾ ਉੱਪਰ ਲਿਖਿਆ ਹੋਇਆ ਵਾ, ਤੇ ਕੁਛ ਕੁ ਚੀਜ਼ਾਂ ਹੈਗੀਆਂ ਵਿੱਚ ਉਹਦੀ ਨਾਲ ਦੀ ਨਾਲ ਮੈਂ ਤੁਹਾਨੂੰ ਕੁਛ ਉਹਦੀਆਂ ਐਕਸਪਲੇਨੇਸ਼ਨ ਦੇ ਵਿੱਚ ਜੋ ਚੇਂਜਸ ਹੋ ਸਕਦੇ ਸੀ ਉਹ ਵੀ ਦੱਸੇ ਆ। ਆਈ ਹੋਪ ਤੁਸੀਂ ਇਹਨਾਂ ਦੇ ਉੱਤੇ ਥੋੜਾ ਡਿਫਰੈਂਸ ਪਾਓਗੇ, ਐਂਡ ਨਾਲ ਦੀ ਨਾਲ ਜਦੋਂ ਤੁਸੀਂ ਮੇਰੀ ਪੰਜਾਬੀ ਸੁਣੀ ਹੋਊਗੀ, ਜੇ ਤਾਂ ਤੁਹਾਨੂੰ ਪਤਾ ਲੱਗਿਆ ਵੀ ਹਾਂ ਯਾਰ ਵੀ ਆਹ ਚੀਜ਼ ਕਿਉਂ ਨਹੀਂ ਲਿਖੀ, ਇਹ 'ਚ ਨੁਕਸਾਨ ਕੀ ਪਾਇਆ ਹੋਇਆ, ਤੁਸੀਂ ਸਾਰਾ ਪੈਰਾ ਹੀ ਖਰਾਬ ਕਰ ਲਿਆ ਨੁਕਸਾਨ ਵਾਲਾ, ਕੀ ਕਹਿ ਕੇ ਕਿ ਅੱਜ ਕੱਲ੍ਹ ਬੰਦੇ ਤੇ ਘੱਟ ਚਾਂਸ ਆ, ਪਹਿਲਾਂ ਕਿਹੜਾ ਯਾਰ ਬਾਹਲੇ ਜ਼ਿਆਦਾ ਚਾਂਸ ਹੁੰਦੇ ਸੀ। ਨੰਬਰ 1 ਪ੍ਰੋਬਲਮ, ਨੰਬਰ 2 ਤੇ ਤੁਸੀਂ ਉਹਦਾ ਨੁਕਸਾਨ ਨੂੰ
ਨੁਕਸਾਨ ਹੀ ਨਹੀਂ ਬਣਾਇਆ। ਕੀ ਕਹਤਾ ਮੂਰੇ ਕਿ ਹਰ ਕੰਮ ਦੇ ਵਿੱਚ ਹੀ ਰਿਸਕ ਹੁੰਦਾ। ਫਿਰ ਅਗਲਾ ਕਹਿੰਦਾ ਠੀਕ ਹੈ ਜੇ ਹਰ 'ਚ ਰਿਸਕ ਹੁੰਦਾ ਤਾਂ ਫਿਰ ਇਹਦੇ 'ਚ ਵੀ ਹੈਗਾ ਹੀ ਆ, ਕੀ ਪ੍ਰੋਬਲਮ ਹੈ ਇਹਦੇ ਵਿੱਚ, ਹਨਾ। ਜਦੋਂ ਆਪਾਂ ਨੁਕਸਾਨ ਦਿਖਾਉਂਦੇ ਹੁੰਦੇ ਤਾਂ ਥੋੜਾ ਜ਼ਿਆਦਾ, ਜਿਵੇਂ ਟੀਵੀ ਤੇ ਨਿਊਜ਼ ਦਿਖਾਉਂਦੇ ਹੁੰਦੇ ਨਾ, ਛੋਟੀ ਜਿਹੀ ਚੀਜ਼ ਦਾ ਹਵਾ ਬਣਾ ਦੇਣਾ, ਤਾਂ ਉਹ ਥੋੜਾ ਜਿਹਾ ਉਵੇਂ ਕਰਕੇ ਲਿਖੀ ਜਾਂਦਾ ਥੋੜਾ ਜਿਹਾ। ਆ ਲਾਈਨ ਸੋਹਣੀ ਲਿਖੀ ਹੋਈ ਹੈ, ਲੋਕਾਂ ਦਾ ਸਟਰਗਲ ਖਤਮ ਹੋ ਜਾਂਦਾ, ਸਟਰਗਲ ਕਰਨ ਦੀ ਜ਼ਰੂਰਤ, ਬੰਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਂਦਾ ਨਾ। ਰਿਕੁਆਇਰਮੈਂਟ ਕੰਸੈਂਸਸ। ਚਲੋ ਆ ਚੀਜ਼ਾਂ ਮੈਂ ਕਾਫੀ ਟਾਈਮ ਦੀਆਂ ਦੇਖਦਾ ਪਿਆ ਵਾਂ। ਜਿਹੜਾ ਸਾਈਡ ਤੇ ਇੱਧਰ ਚੈੱਕ ਲੱਗੇ ਸੀ ਨਾ, ਇੱਧਰਲੀ ਸਾਈਡ ਆ ਜਿਵੇਂ ਇੱਧਰ ਇਹਨੂੰ ਚੈੱਕ ਕਹਿ ਦਿੰਦੇ ਆ, ਆ ਚੀਜ਼ਾਂ ਵਰਡ ਦੇ ਵਿੱਚ ਕਾਫੀ ਖਰਾਬ ਹੋਇਆ। ਟਾਈਮ ਪਾਸ ਕਰਕੇ ਪੈਰੇ ਲਿਖਣ ਦੀ ਕੋਸ਼ਿਸ਼ ਨਾ ਕਰੋ। ਇਹ ਜਦੋਂ ਤੁਸੀਂ ਇਹ ਬੰਦ ਕਰਤੇ ਨਾ, ਉਦੋਂ ਤੁਹਾਨੂੰ ਪਤਾ ਲੱਗੂ ਵੀ ਹਾਂ ਜਲਦੀ ਇਹ ਸੌਖਾ ਨਹੀਂ ਹੈ। ਕਈ ਵਾਰੀ ਸਟੂਡੈਂਟ ਸੋਚਦੇ ਆ ਉੱਥੇ ਜਾ ਕੇ ਮੈਂ ਕਰ ਦੂੰਗਾ। ਇੱਕ ਦੋ ਵਾਰੀ ਪ੍ਰੈਕਟਿਸ ਤਾਂ ਕਰ ਲਓ ਨਾ। ਜਦੋਂ ਗੈਸਟ ਨੂੰ ਵੀ ਆਪਾਂ ਟੀ ਸਰਵ ਕਰਦੇ ਹਾਂ ਤਾਂ ਆਪਾਂ ਇੱਕ ਵਾਰੀ ਪਹਿਲਾਂ ਅੰਦਰੋਂ ਅੰਦਰ ਹੀ ਟੇਸਟ ਕਰ ਦਿੰਦੇ ਆ। ਇਹਨਾਂ ਨੂੰ ਖਰਾਬ ਵੀ ਟੀ ਪਿਆਤੀ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ, ਉੱਥੇ ਜਾ ਕੇ ਖਰਾਬ ਲਿਖਿਆ ਆਉਂਦਾ ਤਾਂ ਤੁਹਾਡਾ ਨੁਕਸਾਨ ਬਹੁਤ ਆ। ਸੋ ਆ ਜਿਹੜੇ ਆਦੇ ਅਨਨੈਸੈਸਰੀ ਵਰਡਸ ਪਾਏ ਹੋਏ ਆ, ਇਹਨਾਂ ਨੂੰ ਬਾਹਰ ਕੱਢੋ। ਐਂਡ ਸਭ ਤੋਂ ਇਹ ਇੱਕ ਮੇਰੇ ਮਨ ਦੇ ਵਿੱਚ ਕੁਐਸਚਨ ਮਾਰਕ ਆ, ਕੀ ਤੁਹਾਨੂੰ ਲਿਖਦਿਆਂ ਨੂੰ ਪਤਾ ਹੁੰਦਾ ਵਾ ਇਹ ਵੀ ਹਾਂ ਇਹ ਜੋ ਮੈਂ ਸ਼ਬਦ ਪਾ ਰਹੀ ਹਾਂ ਟਾਈਮ ਪਾਸ ਕਰਨ ਦੇ ਲਈ ਨੇ ਇਹ? ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਫਿਰ ਤੁਸੀਂ ਬਿਮਾਰ ਹੋ। ਇੱਕ ਵਾਰੀ ਉਹਨਾਂ ਦੀ ਜੌਬ ਲਵਾਤੀ ਸੀ, ਇੱਥੇ ਲਿਖਿਆ ਸੀ ਨਾ ਇਟ ਕੈਨ ਓਪਨ ਜੌਬ ਓਪਰਚੁਨਿਟੀਜ਼, ਠੀਕ ਹੈ। ਇੱਥੇ ਫਿਰ ਕਿਤੇ ਲਿਖਿਆ ਹੋਇਆ, ਇੱਥੇ ਇੱਕ ਦੀ ਵਾਰੀ ਉਹ ਪੜ੍ਹ ਲਿਓ ਤੁਸੀਂ ਆਪਣੇ ਆਪ ਕਿ ਉਹਨਾਂ ਨੂੰ ਜੌਬ ਮਿਲ ਸਕਦੀ ਆ। ਤਾਂ ਇਹ ਤੁਸੀਂ ਦੋ ਦੋ ਤਿੰਨ ਤਿੰਨ ਵਾਰ, ਕਿੰਨੀਆਂ ਲਾਈਨਾਂ ਇੱਧਰ ਸਾਰਿਆਂ 'ਚ ਹੀ ਆਲਮੋਸਟ ਕੁਛ ਨਾ ਕੁਛ ਪਾਇਆ ਹੋਇਆ ਵਾ। ਜੇ ਤੁਹਾਨੂੰ ਇਹ ਨਹੀਂ ਪਤਾ ਤਾਂ ਇਹ ਬਹੁਤ ਇੱਕ ਸੀਰੀਅਸ ਗੱਲ ਆ।